ਲੜੀਵਾਰ ਕਥਾ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸ਼ਬਦ ਰਾਗ ਸੂਹੀ ਵਿੱਚ ਪ੍ਰਾਰੰਭ ਹੋ ਰਹੇ ਹਨ। ਚੌਥੇ ਪਾਤਸ਼ਾਹ ਦੇ ਪਾਵਨ ਅੰਮ੍ਰਿਤ ਬਚਨ ਸਮਾਪਤ ਹੋਏ ਨੇ। ਰਾਗ ਸੂਹੀ ਦੇ ਤਕਰੀਬਨ 24 ਸ਼ਬਦ ਪਿੱਛੇ ਸੰਪੰਨ ਹੋ ਚੁੱਕੇ ਨੇ, ਜਿਨ੍ਹਾਂ ਵਿੱਚੋਂ 15 ਸ਼ਬਦ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਸਨ। ਹੁਣ ਪੰਜਵੇਂ ਪਾਤਸ਼ਾਹ ਦੇ ਪਾਵਨ ਸ਼ਬਦ ਪ੍ਰਾਰੰਭ ਹੁੰਦੇ ਨੇ। ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੇ ਮਹੱਲਾ ਪੰਜਵਾ। ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਹੈ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਪਹਿਲੇ ਘਰ ਸੁਰਤਾਲ ਵਿੱਚ ਗਾਇਨ ਕਰਨ ਦਾ ਹੁਕਮ ਹੈ। ਮੰਗਲਾਚਰਨ ਕਰਦੇ ਨੇ। ਵਾਹਿਗੁਰੂ ਇੱਕ ਅਦੁੱਤੀ ਹੈ, ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਬਾਜੀਗਰ ਜੈਸੇ ਬਾਜੀ ਪਾਏ। ਬਾਜੀਗਰ ਹੁਣ ਤਾਂ ਆਮ ਕਰਕੇ ਬਹੁਤ ਘੱਟ ਦਿਸਦੇ ਆ। ਆਮ ਪਹਿਲਾਂ ਸਮਿਆਂ ਵਿੱਚ ਪਿੰਡਾਂ ਨਗਰਾਂ ਦੇ ਵਿੱਚ ਬਕਾਇਦਾ ਇਹਨਾਂ ਦੀਆਂ ਬਾਜੀਆਂ ਪੈਂਦੀਆਂ ਸਨ। ਪਿੰਡਾਂ ਨਗਰਾਂ ਦੇ ਵਿੱਚ ਵੇਲਾਂ ਦੇ ਟਾਈਮ ਇਹਨਾਂ ਆ ਕੇ ਬਾਜੀਆਂ ਪਾਉਣੀਆਂ, ਮੰਜੇ ਗੱਡ ਕੇ ਪੌੜੀਆਂ ਦੇ ਉੱਤੇ ਉਛਾਲਾਂ ਮਾਰਨੀਆਂ, ਹੋਰ ਕਈ ਤਰ੍ਹਾਂ ਦੇ ਕਰਤੱਵ ਵਿਖਾਉਣੇ। ਮਹਾਰਾਜ ਜੀ ਕਹਿੰਦੇ ਜਿਵੇਂ ਬਾਜੀਗਰ ਬਾਜੀ ਪਾਉਂਦਾ, ਜਦੋਂ ਬਾਜੀ ਪਾਉਂਦਾ ਤੇ ਕਈ ਰੂਪ ਬਣਾਉਂਦਾ ਆਪਣੇ। ਕਦੇ ਕੁਝ ਬਣ ਕੇ ਵਿਖਾਉਂਦਾ, ਕਦੇ ਕੁਝ ਬਣ ਕੇ ਵਿਖਾਉਂਦਾ। ਅਗਲੀ ਪੰਕਤੀ 'ਚ ਦੱਸਦੇ ਨੇ, ਨਾਨਾ ਰੂਪ ਭੇਖ ਦਿਖਲਾਏ। ਉਹ ਕਈ ਤਰ੍ਹਾਂ ਦੇ ਰੂਪ ਆਪਣੇ ਤੇ ਕਈ ਤਰ੍ਹਾਂ ਦੇ ਭੇਖ ਵਿਖਾਉਂਦਾ ਜਦੋਂ ਬਾਜੀਗਰ ਬਾਜੀ ਪਾਉਂਦਾ। ਉਹਦੇ ਨਾਲ ਉਹਦਾ ਇੱਕ ਜੰਬੂਰਾ ਵੀ ਹੁੰਦਾ। ਉਹਨੂੰ ਪਤਾ ਹੁੰਦਾ ਵੀ ਇਹ ਉਹੀ ਹੈ। ਜਿਹੜੇ ਆਮ ਤਮਾਸ਼ਾ ਵੇਖਣ ਵਾਲੇ ਹੁੰਦੇ ਆ, ਬਾਜੀ ਵੇਖਣ ਆਏ ਹੋਏ, ਉਹਨਾਂ ਨੂੰ ਜਾਪਦਾ ਵੀ ਇਹ ਹੁਣ ਹੋਰ ਹੈ ਤੇ ਜਿਹੜਾ ਪਹਿਲਾਂ ਸੀ ਉਹ ਹੋਰ ਹੈ ਤੇ ਜਿਹੜਾ ਹੁਣ ਆ ਦਿਸ ਰਿਹਾ ਇਹ ਹੋਰ ਹੈ। ਜੰਬੂਰਾ ਨਹੀਂ ਭਰਮਦਾ, ਉਹਨੂੰ ਪਤਾ ਹੁੰਦਾ ਉਹੀ ਹੈ। ਆਮ ਲੋਕ ਜਿਹੜੇ ਵੇਖਣ ਆਏ ਹੁੰਦੇ ਨੇ ਉੱਥੇ ਤਮਾਸ਼ਾ, ਉਹ ਭਰਮ ਜਾਂਦੇ ਆ। ਤੋ ਬਾਜੀਗਰ ਅਨੇਕਾਂ ਤਰ੍ਹਾਂ ਦੀਆਂ ਬਾਜੀਆਂ ਪਾਉਂਦਾ, ਕਈ ਤਰ੍ਹਾਂ ਦੇ ਰੂਪ, ਕਈ ਤਰ੍ਹਾਂ ਦੇ ਭੇਖ ਉਹ ਕਰਕੇ ਵਿਖਾਉਂਦਾ। ਸਾਂਗ ਉਤਾਰ ਥੰਮਿਓ ਪਸਾਰਾ। ਫਿਰ ਉਹ ਜਦੋਂ ਆਪਣਾ ਸਾਂਗ ਲਾਹ ਕੇ, ਜਿਹੜਾ ਉਹਨੇ ਸਾਂਗ ਬਣਾਇਆ ਹੁੰਦਾ ਹੈ, ਉਹਨੂੰ ਲਾਹ ਕੇ ਸਾਰਾ ਪਸਾਰਾ ਜਿਹੜਾ ਉਹਨੇ ਆਲੇ ਦੁਆਲੇ ਖਿਲਾਰਿਆ ਹੁੰਦਾ, ਕਿਤੇ ਕੁਝ ਕਿਤੇ ਕੁਝ, ਸਾਰੇ ਨੂੰ ਇਕੱਠਾ ਕਰ ਲੈਂਦਾ ਨਾ ਬਾਜੀਗਰ। ਜਿਹੜਾ ਉਹ ਸਾਂਗ ਉਹਨੇ ਬਣਾਇਆ ਹੁੰਦਾ ਉਹਨੂੰ ਵੀ ਉਤਾਰ ਦਿੰਦਾ, ਜਿਹੜਾ ਉਹਨੇ ਬਣਾਇਆ ਹੁੰਦਾ, ਜਿੱਦਾਂ ਦੇ ਕੱਪੜੇ ਵਗੈਰਾ ਉਹਨੇ ਪਾਏ ਹੁੰਦੇ ਆ। ਫਿਰ ਜਿਹੜਾ ਹੋਰ ਉਹਨੇ ਆਲੇ ਦੁਆਲੇ ਖਿਲਾਰਾ ਜਾਂ ਖਿਲਾਰਿਆ ਹੁੰਦਾ, ਕਿਤੇ ਕੁਝ ਰੱਖਿਆ ਹੁੰਦਾ, ਕਿਤੇ ਕੁਝ, ਉਹ ਸਾਰਾ ਜਦੋਂ ਇਕੱਠਾ ਕਰ ਲੈਂਦਾ ਤਬ ਏਕੋ ਏਕੰਕਾਰਾ। ਫਿਰ ਉਹ ਇਕੱਲਾ ਬਾਜੀਗਰ ਹੀ ਰਹਿ ਜਾਂਦਾ। ਉਹ ਸਾਰਾ ਪਸਾਰਾ ਆਪਣੀ ਝੋਲੀ ਜੀ 'ਚ ਇਕੱਠਾ ਕਰਕੇ ਪਾ ਲੈਂਦਾ। ਇਨ ਬਿਨ ਇਸੇ ਤਰ੍ਹਾਂ ਇੱਥੇ ਬਾਜੀਗਰ ਪਰਮੇਸ਼ਰ ਨੂੰ ਸੰਬੋਧਨ ਕਰਕੇ ਕਿਹਾ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰੂਪੀ ਬਾਜੀਗਰ ਨੇ ਆ ਸੰਸਾਰ ਦੀ ਬਾਜੀ ਪਾਈ ਹੈ। ਇਹਦੇ 'ਚ ਨਾਨਾ ਪ੍ਰਕਾਰ ਦੇ ਰੂਪ ਬਣਾਏ ਨੇ। ਪਰਮੇਸ਼ਰ ਦੇ ਆਪਣੇ ਹੀ ਰੂਪ ਨੇ ਸਾਰੇ। ਨਾਨਾ ਦਾ ਮਤਲਬ ਅਨੇਕ ਪ੍ਰਕਾਰ ਦੇ ਜਿਹੜੇ ਰੂਪ, ਅਨੇਕ ਪ੍ਰਕਾਰ ਦੇ ਜਿਹੜੇ ਭੇਖ ਨੇ, ਇਹ ਵਾਹਿਗੁਰੂ ਨੇ ਆਪ ਹੀ ਆਪਣੇ ਵਿਖਾਏ ਹੋਏ ਨੇ। ਉਹਦੇ ਕਰਕੇ ਹੀ ਹੈ ਨਾ ਸਾਰਾ ਪਸਾਰਾ। ਇਹ ਜਿਹੜੇ ਨਾਨਾ ਪ੍ਰਕਾਰ ਦੇ ਰੂਪ ਸਾਡੇ ਦਿਸ ਰਹੇ ਨੇ, ਜਿਤਨੇ ਜੀਵ ਜੰਤੂ ਦਿਸ ਰਹੇ ਨੇ, ਕਈ ਤਰ੍ਹਾਂ ਦੇ ਭੇਖ ਦਿਸ ਰਹੇ ਨੇ, ਇਹ ਸਾਰੇ ਉਸ ਪਾਰ ਬ੍ਰਹਮ ਪਰਮੇਸ਼ਰ ਕਰਕੇ ਦਿਸਦੇ ਆ। ਉਹੀ ਹੈ ਨਾ ਸਾਰਿਆਂ ਦੇ ਵਿੱਚ ਕੇਲ ਕਰਨ ਵਾਲਾ।
ਜਿਸ ਵਕਤ ਵਾਹਿਗੁਰੂ ਪਰਮੇਸ਼ਰ ਇਹ ਸਾਂਗ ਉਤਾਰਦਾ, ਯਾਨੀ ਕਿ ਮਾਇਆ ਦਾ ਜਿਹੜਾ ਸਾਂਗ, ਕਿਉਂਕਿ ਇਹ ਮਾਇਆ ਦਾ ਹੀ ਹੈ ਸਾਂਗ ਸਾਰਾ ਰਚਿਆ, ਇਸ ਮਾਇਆ ਦੇ ਸਾਂਗ ਨੂੰ ਲਾਹ ਕੇ ਇਹ ਸਾਰੇ ਪਸਾਰੇ ਨੂੰ ਸਮੇਟਦਾ ਹੈ, ਮਾਇਆ ਨਾਲ ਪਸਾਰ ਦਿੰਦਾ। ਜਦੋਂ ਮਾਇਆ ਦਾ ਸਾਂਗ ਲਾਹ ਕੇ ਸਮੇਟਦਾ ਤੇ ਫਿਰ ਪਿੱਛੇ ਕੀ ਰਹਿ ਜਾਂਦਾ? ਫਿਰ ਇੱਕ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਬਾਕੀ ਰਹਿ ਜਾਂਦਾ। ਇਹ ਜਿਤਨਾ ਵੀ ਪਸਾਰਾ ਹੈ ਇਹ ਪਰਮੇਸ਼ਰ ਦੀ ਮਾਇਆ ਦੇ ਨਾਲ ਪਸਰਿਆ ਹੋਇਆ। ਮਾਇਆ ਹੀ ਹੈ ਨਾ, ਇਹ ਸਾਰਾ ਜਗਤ ਪ੍ਰਮਾਤਮਾ ਦੀ ਮਾਇਆ ਤੋਂ ਹੀ ਉਤਪੰਨ ਹੋਇਆ। ਏਕ ਵਿਵਾਹੇ ਪ੍ਰਜਾਇਤੀ ਬਹੁ ਸ਼ਿਆਮਾ, ਇੱਕੋ ਮਾਇਆ ਤੋਂ ਪ੍ਰਮਾਤਮਾ ਦੀ ਇਹ ਸਾਰੀ ਪ੍ਰਜਾ, ਸਾਰੇ ਜੀਵ ਜੰਤੂ ਜਿਹੜੇ ਨੇ ਪੈਦਾ ਹੋਏ ਨੇ। ਜਦੋਂ ਇਸ ਮਾਇਆ ਨੂੰ ਸਮੇਟਦਾ, ਕਿਉਂਕਿ ਪਰਮੇਸ਼ਰ ਨੇ ਮਾਇਆ ਨੂੰ ਇਕੱਠਰ ਕਰਨਾ, ਪਸਾਰੀ ਵੀ ਉਹਨੇ ਹੈ, ਉਸੇ ਨੇ ਇਕੱਠੀ ਕਰਨੀ ਹੈ। ਜਦੋਂ ਪਸਾਰ ਦਾ ਨਾਨਾ ਰੂਪ ਹੋ ਜਾਂਦੇ ਨੇ, ਕਈ ਤਰ੍ਹਾਂ ਦੇ ਰੂਪ, ਉਹ ਮਾਇਆ ਹੀ ਪ੍ਰਮਾਤਮਾ ਦੇ ਕਈ ਰੂਪ ਬਣਾ ਦਿੰਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰਮਾਤਮਾ ਦੀ ਮਾਇਆ ਪਰਮਾਤਮਾ ਤੋਂ ਹੀ ਪੈਦਾ ਹੋਈ ਤੇ ਉਸੇ ਮਾਇਆ ਨੇ ਪਰਮਾਤਮਾ ਨੂੰ ਕਈ ਰੂਪਾਂ 'ਚ ਵੰਡ ਦਿੱਤਾ। ਜਿਵੇਂ ਘੜੇ ਬਣਦੇ ਐ, ਘੜੇ ਬਣੇ ਕਿਵੇਂ? ਆਕਾਸ਼ ਕਰਕੇ ਬਣੇ। ਜੇ ਖਾਲੀ ਆਕਾਸ਼ ਨਾ ਹੋਵੇ ਘੜੇ ਕਿਵੇਂ ਬਣਨ? ਆਕਾਸ਼ ਕਰਕੇ ਘੜੇ ਬਣੇ ਤੇ ਘੜਿਆਂ ਕਰਕੇ ਉਹ ਆਕਾਸ਼ ਕਈ ਹਿੱਸਿਆਂ ਵਿੱਚ ਵੰਡਿਆ ਗਿਆ। ਜਿੰਨੇ 100 ਘੜੇ ਬਣੇ ਤੇ 100 ਆਕਾਸ਼ ਹੋ ਗਏ ਉਹਦੇ 'ਚ। ਉਹ ਹੁਣ 100 ਆਕਾਸ਼ ਕਦੋਂ ਤੱਕ ਨੇ? ਜਦੋਂ ਤੱਕ ਉਹ 100 ਘੜੇ ਬਣੇ ਹੋਏ ਨੇ। ਡੰਡਾ ਲੈ ਕੇ 100 ਦੇ 100 ਤੋੜ ਦਿਓ ਤੇ ਫਿਰ ਰਹੇਗਾ ਕੁਝ? ਫਿਰ ਤਾਂ 100 ਆਕਾਸ਼ ਨਹੀਂ ਨਾ ਰਹੇ, ਫਿਰ ਤਾਂ ਇੱਕੋ ਹੀ ਹੋ ਜਾਏਗਾ। ਪਰਮਾਤਮਾ ਦੀ ਮਾਇਆ ਪਰਮਾਤਮਾ ਤੋਂ ਹੀ ਉਤਪੰਨ ਹੋ ਕੇ ਪਰਮਾਤਮਾ ਨੂੰ ਹੀ ਕਈ ਹਿੱਸਿਆਂ 'ਚ ਵੰਡ ਦਿੰਦੀ ਹੈ, ਨਾਨਾ ਰੂਪ ਉਹਦੇ ਬਣਾ ਦਿੰਦੀ ਹੈ। ਪਰ ਜਦੋਂ ਵਾਹਿਗੁਰੂ ਪਰਮੇਸ਼ਰ ਇਸ ਮਾਇਆ ਨੂੰ ਖਿੱਚ ਕੇ ਆਪਣੇ ਕਾਬੂ ਵਿੱਚ ਕਰ ਲੈਂਦਾ, ਉਸ ਵਕਤ ਫਿਰ ਉਹ ਇੱਕੋ ਹੀ ਰਹਿ ਜਾਂਦਾ। ਫਿਰ ਨਾਨਾ ਤਬ ਖਤਮ ਹੋ ਜਾਂਦਾ। ਫਿਰ ਇਹ ਜਿਹੜੀ ਅਨੇਕਤਾ ਹੈ ਇਹ ਖਤਮ ਹੋ ਜਾਂਦੀ ਹੈ। ਸਾਧਕ ਜਨ ਇਸ ਅਨੇਕਤਾ ਵਿੱਚ ਇੱਕ ਨੂੰ ਇਸੇ ਤਰੀਕੇ ਨਾਲ ਵੇਖਦੇ ਨੇ, ਕਿਉਂਕਿ ਉਹ ਮਾਇਆ ਦੇ ਪ੍ਰਭਾਵ ਥੱਲੇ ਨਹੀਂ ਰਹਿੰਦੇ। ਉਹ ਮਾਇਆਪਤੀ ਪਰਮਾਤਮਾ ਦੀ ਸ਼ਰਨ 'ਚ ਜਾ ਕਰਕੇ ਇਸ ਮਾਇਆ ਤੋਂ ਬਚ ਕੇ ਨਾਨਾ ਤਬ ਦੇ ਵਿੱਚ ਵੀ ਇੱਕ ਦੇ ਦਰਸ਼ਨ ਕਰਦੇ ਹਨ। ਉਹ ਕਹਿੰਦੇ ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੋ ਨਾ ਜਾਈ। ਤੋ ਇਸ ਪ੍ਰਕਾਰ ਨਾਲ ਕਹਿੰਦੇ ਵਾਹਿਗੁਰੂ ਪਰਮੇਸ਼ਰ ਹੁਣ ਏਕੰਕਾਰਾ, ਉਹੀ ਰਹਿ ਗਿਆ ਇੱਕ ਪਿੱਛੇ। ਜਦੋਂ ਉਹਨੇ ਇਸ ਮਾਇਆ ਦਾ ਸਾਰਾ ਸਾਂਗ ਉਤਾਰ ਕੇ ਇਸ ਪਸਾਰੇ ਨੂੰ ਥੰਮ ਲਿਆ, ਜਾਵਾ ਕਰਖ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਫਿਰ ਉਹੀ ਇੱਕ ਰਹਿ ਜਾਂਦਾ ਹੈ। ਹਾਂਜੀ। ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ। ਕਹਿੰਦੇ ਕਵਨ ਰੂਪ, ਕਹਿੰਦੇ ਫਿਰ ਦੱਸੋ ਜਿਹੜਾ ਉਹ ਦਿਸ ਰਿਹਾ ਸੀ ਉਹ ਕਿਹੜਾ ਰੂਪ ਸੀ? ਉਹ ਕਿਹਦਾ ਰੂਪ ਸੀ? ਜਿਹੜਾ ਉਹ ਪਸਾਰਾ ਪਸ ਰਿਹਾ ਸੀ ਪਹਿਲਾਂ ਸਮੇਟਨ ਤੇ ਇਕੱਠਾ ਹੋ ਗਿਆ, ਤੇ ਜਿਹੜਾ ਉਹ ਦਿਸ ਰਿਹਾ ਸੀ ਫਿਰ ਉਹ ਕੀ ਸੀ? ਕਿਹੜਾ ਰੂਪ ਸੀ? ਕਹਿੰਦੇ ਦ੍ਰਿਸ਼ਟਿਓ ਬਿਨਸਾਇਓ। ਕਹਿੰਦੇ ਉਹ ਜੋ ਕੁਝ ਵੀ ਦਿਸ ਰਿਹਾ ਸੀ ਸਾਰਾ ਬਿਨਸਣੇ ਵਾਲਾ ਪਸਾਰਾ ਸੀ। ਜੋ ਨਹੀਂ ਬਿਨਸਣੇ ਵਾਲਾ ਉਹ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਹੈ। ਬਾਜੀਗਰ ਨਹੀਂ ਬਿਨਸਿਆ, ਜੋ ਉਹਨੇ ਵਿਖਾਇਆ ਸੀ ਉਹ ਸਾਰਾ ਕੁਝ ਉਹਨੇ ਇਕੱਠਾ ਜਿਹਾ ਕਰਕੇ ਝੋਲੇ ਜਿਹੇ 'ਚ ਪਾ ਲਿਆ, ਉਹ ਬਿਨਸ ਗਿਆ। ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਨਹੀਂ ਬਿਨਸਦਾ। ਜੋ ਉਸਨੇ ਰੂਪ ਵਿਖਾਇਆ ਸੀ, ਨਜ਼ਰ ਆ ਰਿਹਾ ਸੀ ਦ੍ਰਿਸ਼ਟਿਓ, ਉਹ ਬਿਨਸਾਇਓ, ਉਹ ਬਿਨਸਣੇ ਵਾਲਾ ਸੀ। ਹਾਂਜੀ। ਕਤ ਹੈ ਗਇਓ ਉਹ ਕਤ ਤੇ ਆਇਓ। ਕਹਿੰਦੇ ਕਿੱਥੋਂ ਕਿੱਥੇ ਗਿਆ ਉਹ ਤੇ ਆਇਆ ਕਿੱਥੋਂ ਸੀ? ਵਿਚਾਰੋ, ਜਿਹੜਾ ਉਹ ਪਸਾਰਾ ਸੀ ਉਹ ਆਇਆ ਕਿੱਥੋਂ ਤੇ ਗਿਆ ਕਿੱਥੇ? ਆਇਆ ਵੀ ਪਾਰ ਬ੍ਰਹਮ ਪਰਮੇਸ਼ਰ ਤੋਂ ਸੀ ਤੇ ਗਿਆ ਵੀ ਉਸੇ ਵਿੱਚ ਹੀ ਜਾ ਕੇ ਸਮਾ ਗਿਆ, ਚਲਾ ਗਿਆ। ਜੋ ਆਇਆ ਔਰ ਚਲਾ ਗਿਆ ਉਹਨੂੰ ਤੁਸੀਂ ਕਿਵੇਂ ਸੱਤ ਕਹਿ ਸਕਦੇ ਹੋ? ਜਿਸ ਵਿੱਚੋਂ ਆਇਆ ਔਰ ਜਿਸ ਵਿੱਚ ਗਿਆ ਉਹ ਸੱਤ ਹੈ। ਬੜੇ ਡੂੰਘੇ ਬਚਨ ਮਹਾਰਾਜ ਪੰਜਵੇਂ ਪਾਤਸ਼ਾਹ ਉਚਾਰ ਰਹੇ ਨੇ। ਜਿਸ ਵਿੱਚੋਂ ਆਇਆ ਸੀ ਔਰ ਜਿਸ ਵਿੱਚੋਂ ਗਿਆ, ਜੋ ਆਇਆ ਔਰ ਗਿਆ ਉਹ ਸੱਤ ਨਹੀਂ ਹੈ। ਜਿਸ ਵਿੱਚੋਂ ਆਇਆ ਸੀ ਇਹ ਸਾਰਾ ਪਸਾਰਾ,
ਔਰ ਜਿਸ ਵਿੱਚ ਚਲਾ ਗਿਆ ਹੈ ਉਹ ਸੱਤ ਹੈ। ਔਰ ਐਸਾ ਨਹੀਂ ਵੀ ਇਹ ਕੁਦਰਤ ਸਾਰੀ ਬਿਨਸੇਗੀ ਉਦੋਂ ਹੀ ਇਹ ਸਭ ਕੁਝ ਹੋਵੇਗਾ। ਸਾਡਾ ਜੀਵਨ ਤਾਂ ਇਹੀ ਹੈ ਨਾ ਮਨੁੱਖੀ। ਸਾਡੇ ਇਸ ਮਨੁੱਖੀ ਸਰੀਰ ਦੇ ਹੁੰਦਿਆਂ ਇਹ ਪਰਲਾ ਆਵੇ ਕਿ ਨਾ ਆਵੇ, ਪਰ ਆਪ ਮਰੇ ਜਗ ਪਰਲਾ ਇਹ ਵੀ ਤਾਂ ਹੁੰਦਾ ਨਾ, ਵੀ ਜਦੋਂ ਆਪ ਹੀ ਮਰ ਗਏ ਫਿਰ ਜਗਤ ਪਿੱਛੇ ਪਰਲਾ ਹੀ ਹੈ। ਹੁਣ ਇਸ ਕਾਇਆ ਦੇ ਵਿੱਚ ਰਹਿੰਦਿਆਂ ਇਹ ਅਵਸਥਾ ਕਿਵੇਂ ਆਵੇ ਜਦੋਂ ਕਿਸੇ ਅੰਦਰ ਬ੍ਰਹਮ ਦਾ ਗਿਆਨ ਸਾਖਸ਼ਾਤਕਾਰ ਹੋ ਜਾਂਦਾ, ਫਿਰ ਉਹ ਵੇਖ ਲੈਂਦਾ ਵੀ ਇਹ ਸਾਰਾ ਪਸਾਰਾ ਉਸੇ ਵਿੱਚ ਚੱਲ ਕੇ ਸਿਮਟ ਗਿਆ, ਔਰ ਉਸੇ ਨੂੰ ਸੱਤ ਕਰਕੇ ਵੇਖ ਕੇ ਉੱਥੇ ਹੀ ਉਹ ਆਪਣੀ ਸੁਰਤ ਨੂੰ ਟਿਕਾ ਲੈਂਦਾ। ਸੁਰਤ ਟਿਕਾਣਾ ਵੀ ਕਹਿ ਲਈਏ ਜਾਂ ਏਦਾਂ ਕਹਿ ਲਈਏ ਬ੍ਰਹਮ ਰੂਪ ਹੀ ਹੋ ਜਾਂਦਾ ਹੈ ਉਹ ਬ੍ਰਹਮ ਵਿੱਚ ਮਿਲ ਕੇ। ਹਾਂਜੀ। ਰਹਾਉ ਜਲ ਤੇ ਊਠ ਹੈ ਅਨਕ ਤਰੰਗਾ। ਪਾਣੀ ਤੋਂ ਅਨੇਕਾਂ ਤਰੰਗਾਂ ਪੈਦਾ ਹੁੰਦੀਆਂ, ਕਿ ਉਹ ਤਰੰਗਾਂ ਪਾਣੀ ਤੋਂ ਵੱਖਰੀਆਂ ਨੇ? ਵੇਖਣ ਮਾਤਰ ਚ ਵੱਖਰੀਆਂ ਨੇ, ਨਾਨਾ ਪ੍ਰਕਾਰ ਦੀਆਂ ਨੇ, ਪਰ ਅਸਲ ਵਿੱਚ ਉਹਨਾਂ ਸਾਰੀਆਂ ਵਿੱਚ ਪਾਣੀ ਹੈ। ਸੱਤ ਤੋਂ ਪੈਦਾ ਹੋਇਆ ਇਹ ਜਿਤਨਾ ਵੀ ਪਸਾਰਾ ਹੈ ਦਰਅਸਲ ਉਸੇ ਸੱਤ ਦੀ ਹੀ ਅੰਸ਼ ਸਾਰਿਆਂ ਵਿੱਚ ਹੈ। ਪਰਮਾਤਮਾ ਤੋਂ ਉਤਪੰਨ ਹੋਇਆ ਇਹ ਪਸਾਰਾ ਪਰਮਾਤਮਾ ਦੀ ਹੀ ਅੰਸ਼ ਹੈ ਨਾ ਸਾਰਿਆਂ ਵਿੱਚ। ਉਹਦੀ ਅੰਸ਼ ਹੈ ਤਦੇ ਅਸੀਂ ਹਾਂ, ਜੇ ਉਹਦੀ ਅੰਸ਼ ਉਹਨੇ ਕੱਢ ਲਈ ਫਿਰ ਤਾਂ ਨਹੀਂ ਹਨ। ਹਾਂਜੀ। ਕਨਕ ਭੂਖਨ ਕੀਨੇ ਬਹੁ ਰੰਗਾ। ਸੋਨੇ ਦੇ ਗਹਿਣੇ ਬਣਦੇ ਨੇ ਤੇ ਗਹਿਣੇ ਬਣ ਕੇ ਕੀ ਸੋਨੇ ਤੋਂ ਵੱਖਰੇ ਹੋ ਜਾਂਦੇ ਨੇ? ਬਹੁ ਰੰਗਾਂ ਦੇ ਕਈ ਤਰ੍ਹਾਂ ਦੇ ਡਿਜ਼ਾਈਨ ਉਹਨਾਂ ਦੇ ਬਣ ਜਾਂਦੇ ਆ, ਪਰ ਹੁੰਦਾ ਤਾਂ ਸੋਨਾ ਹੀ ਹੈ ਨਾ, ਉਹ ਸੋਨੇ ਤੋਂ ਵੱਖਰੇ ਤਾਂ ਨਹੀਂ ਹੁੰਦੇ। ਭਗਤ ਜੀ ਮਹਾਰਾਜ ਜੀ ਨੇ ਤਦੇ ਹੀ ਕਿਹਾ, ਮਹਾਰਾਜ ਹੁਣ ਜਿਵੇਂ ਕਨਕ ਕਟਕ ਜਲ ਤਰੰਗ ਜੈਸਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਹੁਣ ਸੋਨੇ ਦਾ ਕੜਾ ਬਣ ਗਿਆ, ਕਿ ਉਹ ਕੜਾ ਸੋਨੇ ਤੋਂ ਵੱਖਰਾ ਹੋ ਗਿਆ? ਹੈ ਤਾਂ ਸੋਨਾ ਹੀ ਹੈ ਨਾ। ਹਾਂਜੀ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ। ਕਹਿੰਦੇ ਬੀਜ ਬੀਜ ਕੇ ਵੇਖੋ ਬਹੁ ਪ੍ਰਕਾਰ ਨਾਲ। ਜਦੋਂ ਬੀਜ ਬੀਜਦੇ ਆ ਉਹਦੇ ਬਹੁ ਪ੍ਰਕਾਰ ਹੋ ਜਾਂਦੇ ਹਨ। ਕਿਵੇਂ ਦੱਸਦੇ ਨੇ? ਫਲ ਪਾਕੇ ਤੇ ਏਕੰਕਾਰਾ। ਇੱਕ ਬੀਜ ਬੀਜਣ ਨਾਲ ਬਹੁ ਪ੍ਰਕਾਰ ਕਿਵੇਂ ਹੋ ਜਾਂਦੇ ਨੇ? ਤਣਾ ਬਣਦਾ, ਟਹਿਣੀਆਂ ਬਣਦੀਆਂ ਨੇ, ਪੱਤੇ ਬਣਦੇ ਨੇ, ਫੁੱਲ ਬਣਦੇ ਨੇ। ਇੱਕੋ ਬੀਜ ਤੋਂ ਬਣਿਆ ਨਾ ਸਾਰਾ ਕੁਝ, ਪਰ ਜਦੋਂ ਉਹਨੂੰ ਫਲ ਲੱਗਾ ਤੇ ਫਿਰ ਫਲ ਦੇ ਵਿੱਚ ਫਿਰ ਉਹੀ ਇੱਕ ਬੀਜ ਹੈ। ਬਹੁ ਪ੍ਰਕਾਰ ਹੋਣ ਤੋਂ ਬਾਅਦ ਵੀ ਫਿਰ ਇੱਕ ਹੋ ਗਿਆ ਨਾ ਬੀਜ। ਅੰਬ ਦਾ ਦਰਖਤ ਸੀ, ਅੰਬ ਦਾ ਫਲ ਬੀਜਿਆ, ਗਿਟਕ ਬੀਜੀ, ਉਹਦੇ ਵਿੱਚੋਂ ਦਰਖਤ ਬਣਿਆ, ਪੱਤੇ ਬਣੇ, ਫੁੱਲ ਬਣਿਆ। ਫਿਰ ਜਦੋਂ ਅੰਬ ਦਾ ਫਲ ਬਣਿਆ ਤੇ ਉਹਦੇ ਵਿੱਚ ਫਿਰ ਉਹੀ ਬੀਜ ਜਿਹੜਾ ਥੱਲੇ ਬੀਜਿਆ ਗਿਆ ਸੀ। ਪਾਰ ਬ੍ਰਹਮ ਪਰਮੇਸ਼ਵਰ ਨੇ ਜਦੋਂ ਆਪਣਾ ਆਪ ਪਸਾਰਿਆ ਤੇ ਬਹੁ ਪ੍ਰਕਾਰ ਹੋ ਗਏ, ਕਈ ਰੰਗ ਬਣ ਗਏ, ਕਈ ਰੂਪ ਬਣ ਗਏ, 84 ਲੱਖ ਜੂਨੀਆਂ ਬਣ ਗਈਆਂ, ਪਰ ਅਖੀਰ ਨੂੰ ਸਾਰਿਆਂ ਵਿੱਚ ਆਪ ਇੱਕ ਬੀਜ ਰੂਪ ਹੀ ਰਹਿ ਗਿਆ ਪਿੱਛੇ। ਹਾਂਜੀ। ਸਹਸ ਘਟਾ ਮਹਿ ਏਕ ਆਕਾਸ਼। ਜਿਵੇਂ ਮੈਂ ਪਿੱਛੇ ਉਦਾਹਰਣ, ਹਜ਼ਾਰਾਂ ਘੜੇ ਹੋਣ ਤੇ ਹਜ਼ਾਰਾਂ ਘੜਿਆਂ ਦੇ ਵਿੱਚ ਹਜ਼ਾਰਾਂ ਹੀ ਘਟਾ ਆਕਾਸ਼ ਹੁੰਦੇ ਨੇ, ਤੇ ਹੁਣ ਉਹ ਸਹਿਜ ਹਜ਼ਾਰਾਂ ਘੜਿਆਂ ਦੇ ਵਿੱਚ ਜਿਹੜੇ ਉਹ ਹਜ਼ਾਰਾਂ ਆਕਾਸ਼ ਦਿਸ ਰਹੇ ਨੇ, ਕਿ ਉਹ ਵੱਖਰੇ ਵੱਖਰੇ ਨੇ? ਨਹੀਂ, ਇੱਕੋ ਹੀ ਆਕਾਸ਼ ਹੈ ਸਾਰਿਆਂ 'ਚ। ਇਸੇ ਤਰ੍ਹਾਂ ਹਜ਼ਾਰਾਂ ਸਰੀਰ ਨੇ ਸੰਸਾਰ ਦੇ, ਉਹਨਾਂ ਹਜ਼ਾਰਾਂ ਸਰੀਰਾਂ ਵਿੱਚ ਚੇਤਨਾ ਪ੍ਰਮਾਤਮਾ ਦੀ ਸਾਰਿਆਂ ਦੀ ਇੱਕੋ ਹੈ, ਇੱਕੋ ਹੈ। ਹੁਣ ਕੋਈ ਸਵਾਲ ਕਰੇ ਜਗਿਆਸਾ ਚੋਂ ਵੀ ਜੇ ਆਤਮਾ ਸਾਰਿਆਂ ਦੇ ਵਿੱਚ ਇੱਕੋ ਹੈ, ਇੱਕੋ ਹੀ ਆਕਾਸ਼ ਸਾਰੇ ਘੜਿਆਂ ਦੇ ਵਿੱਚ ਹੈ, ਤੇ ਫਿਰ ਇੱਕ ਨੇ ਰੋਟੀ ਖਾ ਲਈ ਤੇ ਬਾਕੀ ਵੀ ਸਾਰੇ ਰੱਜ ਜਾਣੇ ਚਾਹੀਦੇ ਨੇ।
ਇੱਕ ਨੂੰ ਗਿਆਨ ਹੋ ਜਾਏ ਬਾਕੀ ਸਾਰਿਆਂ ਨੂੰ ਵੀ ਗਿਆਨ ਹੋ ਜਾਣਾ ਚਾਹੀਦਾ। ਜੇ ਕੋਈ ਰੱਬ ਹੈ ਸਾਰਿਆਂ 'ਚ ਤਾਂ, ਜੇ ਇੱਕੋ ਹੀ ਆਤਮਾ ਹੈ ਸਾਰਿਆਂ ਵਿੱਚ ਤੇ ਇੱਕ ਦੇ ਖਾਧਿਆਂ ਸਾਰੇ ਰੱਜ ਜਾਣ, ਇੱਕ ਦੇ ਗਿਆਨ ਹੋਇਆ ਸਾਰਿਆਂ ਨੂੰ ਗਿਆਨ ਹੋ ਜਾਏ, ਇੱਕ ਦੇ ਦੁਖੀ ਹੋਇਆ ਸਾਰੇ ਦੁਖੀ ਹੋਣ, ਇੱਕ ਦੇ ਸੁਖੀ ਹੋਇਆ ਸਾਰੇ ਹੀ ਸੁਖੀ ਹੋਣ। ਹਿੰਦੁਸਤਾਨ ਦੇ 6 ਸ਼ਾਸਤਰਾਂ ਚੋਂ ਇੱਕ ਸ਼ਾਸਤਰ ਹੈ ਸਾਂਖ। ਸਾਂਖ ਇਹਦਾ ਜਵਾਬ ਦਿੰਦਾ ਹੈ, ਉਹ ਕਹਿੰਦਾ ਜਿੰਨੇ ਸਰੀਰ ਨੇ ਸਾਰਿਆਂ ਵਿੱਚ ਪੁਰਖ ਵੱਖੋ ਵੱਖਰਾ। ਉਹਦੀ ਇਹ ਥਿਊਰੀ ਹੈ। ਉਹ ਕਹਿੰਦਾ ਵੀ ਸਾਰਿਆਂ ਦੇ ਵਿੱਚ ਜਿੰਨਾ ਆਤਮਾ ਉਹ ਸਾਰਿਆਂ ਦੀ ਵੱਖੋ ਵੱਖਰੀ ਹੈ। ਮੇਰੀ ਆਤਮਾ ਵੱਖਰੀ ਹੈ, ਤੁਹਾਡੀ ਵੱਖਰੀ ਹੈ। ਪਰ ਵੇਦਾਂਤ ਦਰਸ਼ਨ ਕਹਿੰਦਾ ਨਹੀਂ, ਆਤਮਾ ਸਾਰਿਆਂ ਵਿੱਚ ਹੀ ਇੱਕ ਹੈ। ਉਹ ਫਿਰ ਇਹ ਸਵਾਲ ਕਰਦੇ ਆ, ਜੇ ਇੱਕੋ ਹੀ ਆਤਮਾ ਹੈ ਸਾਰਿਆਂ ਵਿੱਚ ਤੇ ਫਿਰ ਇੱਕ ਦੇ ਸੁਖੀ ਹੋਇਆ ਸਾਰੇ ਸੁਖੀ ਹੋਣ, ਇੱਕ ਦੇ ਗਿਆਨ ਹੋਇਆ ਸਾਰਿਆਂ ਨੂੰ ਗਿਆਨ ਹੋਵੇ। ਫਿਰ ਇਹਦੇ ਲਈ ਉਦਾਹਰਣ ਦਿੰਦੇ ਨੇ, ਕਹਿੰਦੇ 1000 ਘੜਾ ਪਿਆ ਆਕਾਸ਼ ਸਾਰਿਆਂ ਵਿੱਚ ਇੱਕੋ ਜਿਹਾ, ਜਿਹੜਾ ਖਾਲੀਪਨ ਹੁੰਦਾ, ਪਰ ਜਿਹੜੇ ਘੜੇ ਵਿੱਚ ਦੀਵਾ ਜਗਾਓਗੇ ਰੋਸ਼ਨੀ ਉਹਦੇ 'ਚ ਹੁੰਦੀ ਹੈ, ਦੂਜੇ 'ਚ ਤਾਂ ਨਹੀਂ ਹੁੰਦੀ। ਜਿਹੜੇ ਘੜੇ 'ਚ ਪਾਣੀ ਪਾਓਗੇ ਉਹਦੇ 'ਚ ਪਏਗਾ, ਸਾਰਿਆਂ 'ਚ ਤਾਂ ਨਹੀਂ ਆਪਣੇ ਆਪ ਪੈ ਜਾਣਾ। ਇਸੇ ਤਰ੍ਹਾਂ ਕਹਿੰਦੇ ਉਪਾਧੀ ਕਰਕੇ ਭੇਦ ਹੈ, ਜਿਹੜੇ ਉਹ ਘੜਿਆਂ ਦੀ ਉਪਾਧੀ ਹੈ, ਉਸ ਉਪਾਧੀ ਕਰਕੇ ਭੇਦ ਹੋਣ ਕਰਕੇ ਇੱਕ ਨੂੰ ਗਿਆਨ ਹੋਇਆ ਸਾਰਿਆਂ ਨੂੰ ਗਿਆਨ ਨਹੀਂ ਹੁੰਦਾ, ਕਿਉਂਕਿ ਉਪਾਧੀ ਕਰਕੇ ਭੇਦ ਹੈ। ਉਹ ਜਿਹੜੀ ਉਪਾਧੀ ਹੈ ਜਿਸ ਨੂੰ ਆਪਾਂ ਪਰਾਲਬਧ ਦੇ ਘੜਾ ਕਹਿੰਦੇ ਆ, ਸਰੀਰ ਆਤਮਾ ਸਾਰਿਆਂ 'ਚ ਇੱਕੋ ਹੈ, ਪਰ ਪਰਾਲਬਧ ਆਪਣੀ ਸਾਰਿਆਂ ਦੀ ਵੱਖੋ ਵੱਖਰੀ ਹੈ। ਮੇਰੀ ਹੋਰ ਹੈ, ਤੁਹਾਡੀ ਹੋਰ ਹੈ। ਤੁਸੀਂ ਜੋ ਕਰਮ ਕੀਤੇ ਨੇ ਤੁਹਾਡੀ ਪਰਾਲਬਧ ਹੈ, ਮੇਰੀ ਜੋ ਮੈਂ ਕਰਮ ਕੀਤੇ ਨੇ ਉਹ ਮੇਰੀ ਪਰਾਲਬਧ ਹੈ। ਉਹਦੇ ਕਰਕੇ ਭੇਦ, ਉਹਦੇ ਕਰਕੇ ਤੁਹਾਡੇ ਕਰਮਾਂ ਦਾ ਸੁੱਖ ਦੁੱਖ ਤੁਹਾਨੂੰ ਪ੍ਰਾਪਤ ਹੋਣਾ, ਮੇਰਿਆਂ ਦਾ ਮੈਨੂੰ ਪ੍ਰਾਪਤ ਹੋਣਾ ਹੈ। ਉਹ ਭੇਦ ਰਹੇਗਾ। ਪਰ ਹਜ਼ਾਰਾਂ ਘੜਿਆਂ ਵਿੱਚ ਆਕਾਸ਼ ਇੱਕੋ ਹੀ ਆ, ਆਤਮਾ ਇੱਕੋ ਹੀ ਹੈ। ਉਹ ਵੱਖੋ ਵੱਖਰੀ ਨਹੀਂ, ਵੀ 2 3 4 ਆਤਮਾਵਾਂ ਨਹੀਂ, ਵੀ ਜੇ 130 ਕਰੋੜ ਆਬਾਦੀ ਹੈ ਹਿੰਦੁਸਤਾਨ ਦੀ ਤੇ 130 ਕਰੋੜ ਆਤਮਾਵਾਂ ਨਹੀਂ, ਆਤਮਾ ਸਾਰਿਆਂ ਵਿੱਚ ਇੱਕੋ ਹੈ। ਹਾਂ, ਪਰਾਲਬਧ ਸਾਰਿਆਂ ਦੀ ਵੱਖੋ ਵੱਖਰੀ ਹੋਵੇਗੀ। ਹਾਂਜੀ, ਘਾਟ ਫੂਟੇ ਤੇ ਉਹੀ ਪ੍ਰਗਾਸ। ਕਹਿੰਦੇ ਜਦੋਂ ਘੜਾ ਟੁੱਟ ਜਾਏ, ਇਹ ਸਰੀਰ ਬਿਨਸ ਜਾਏ ਤੇ ਪਿੱਛੇ ਕੀ ਰਹੇਗਾ? ਆਕਾਸ਼ ਤਾਂ ਇੱਕੋ ਹੀ, ਸਾਰੇ ਪਾਸੇ ਮਹਾਕਾਸ਼ 'ਚ ਮਿਲ ਜਾਏਗਾ। ਆਤਮਾ ਦਾ ਫਿਰ ਉਹੀ ਪ੍ਰਕਾਸ਼ ਪ੍ਰਮਾਤਮਾ ਵਿੱਚ ਮਿਲੇਗਾ। ਪਰ ਇਸ ਘਟ ਤੋਂ ਬਾਅਦ ਇੱਕ ਅੰਦਰ ਸੂਖਮ ਘਟ ਹੋਰ ਵੀ ਹੈ, ਕਿਉਂਕਿ ਇਹ ਸਰੀਰ ਰੂਪੀ ਘੜਾ ਹੀ ਨਹੀਂ ਹੈ ਨਾ, ਇਹ 3 ਦੇਹਾਂ ਨੇ ਨਾ। ਬਾਹਰਲੀ ਸਰੀਰ ਬਿਨਸਦਾ ਹੈ ਪਰ ਅੰਦਰ ਸੂਖਮ ਨਹੀਂ ਨਾ ਬਿਨਸਦਾ, ਫਿਰ ਕਾਰਨ ਨਹੀਂ ਬਿਨਸਦਾ। ਜਦੋਂ ਤੱਕ ਸੂਖਮ ਕਾਰਨ ਨਹੀਂ ਬਿਨਸਦਾ ਉਦੋਂ ਤੱਕ ਉਹ ਆਤਮਾ ਉਹਦੇ 'ਚ ਰਹੇਗੀ। ਜਦੋਂ ਉਹ ਸੂਖਮ ਤੇ ਕਾਰਨ ਸਰੀਰ ਵੀ ਖਤਮ ਹੋ ਜਾਣਗੇ, ਫਿਰ ਆਤਮਾ ਪਰਮ ਸੱਤ 'ਚ ਵਿਲੀਨ ਹੋ ਕੇ ਜਨਮ ਮਰਨ ਤੋਂ ਮੁਕਤ ਹੋ ਜਾਵੋਗੇ, ਕਿਉਂਕਿ ਆਤਮਾ ਦਾ ਤਾਂ ਜਨਮ ਮਰਨ ਹੈ ਹੀ ਨਹੀਂ। ਜਨਮ ਮਰਨ ਉਹ ਸੂਖਮ ਸਰੀਰ ਦਾ ਹੈ ਜਿਹੜਾ ਆਉਂਦਾ ਜਾਂਦਾ ਰਹਿੰਦਾ। ਹਾਂਜੀ, ਭਰਮ ਲੋਭ ਮੋਹ ਮਾਇਆ ਵਿਕਾਰ। ਪਾਤਸ਼ਾਹ ਕਹਿੰਦੇ ਭਰਮ ਵਿੱਚ, ਲੋਭ ਵਿੱਚ, ਮਾਇਆ ਦੇ ਵਿਕਾਰ ਵਿੱਚ ਭਰਮ ਛੁਟੇ ਤੇ ਏਕੰਕਾਰ। ਦਰਅਸਲ ਇਹ ਸਾਰਾ ਕੁਝ ਭਰਮ ਹੀ ਆ। ਜਦੋਂ ਭਰਮ ਛੁੱਟ ਜਾਵੇ ਬਸ ਫਿਰ ਤਾਂ ਏਕੰਕਾਰ ਹੀ ਆ। ਦਰਅਸਲ ਭਰਮ ਕਰਕੇ ਹੀ ਇਹ ਵੱਖੋ ਵੱਖਰੇਵਾਂ ਸਭ ਨਜ਼ਰ ਆਉਂਦਾ। ਭਰਮ ਕਰਕੇ ਭਰਮ ਪੈ ਗਿਆ ਤੇ ਭਰਮ ਕਰਕੇ ਵਖਰੇਵਾ ਹੈ। ਭਰਮ ਕਰਕੇ ਰੱਸੀ ਵਿੱਚ ਸੱਪ ਦਿਸਦਾ, ਕਿਸੇ ਨੂੰ ਦਰਾੜ ਦਿਸਦੀ ਹੈ, ਕਿਸੇ ਨੂੰ ਪਾਣੀ ਦੀ ਲਕੀਰ ਦਿਸਦੀ ਹੈ। ਭਰਮ ਨੇ ਹੀ ਇੱਕ ਰੱਸੀ ਨੂੰ ਕਈ ਰੂਪ ਕਰਕੇ ਵੰਡ ਦਿੱਤਾ। ਜਦੋਂ ਭਰਮ ਚਲਾ ਜਾਏ ਤੇ ਭਰਮ ਦੇ ਜਾਣ ਤੋਂ ਬਾਅਦ ਭਰਮ ਛੂਟੇ ਤੇ ਏਕੰਕਾਰ। ਭ੍ਰਮ ਜਦੋਂ ਭਰਮ ਛੁੱਟ ਗਿਆ ਫਿਰ ਏਕੰਕਾਰ, ਇੱਕ ਅਕਾਲ ਪੁਰਖ ਪਰਮੇਸ਼ਰ ਹੀ ਰਹਿ ਗਿਆ। ਓਹੋ ਅਬਿਨਾਸੇ ਬਿਨਸਤ ਨਾਹੀਂ। ਜੋ ਉਹਦੇ ਤੋਂ ਆਇਆ ਸੀ ਉਹ ਤਾਂ ਬਿਨਸ ਗਿਆ, ਪਰ ਜਦੋਂ ਏਕੰਕਾਰ ਹੀ ਰਹਿ ਗਿਆ ਕਹਿੰਦੇ ਫਿਰ ਉਹ ਅਬਨਾਸੀ ਹੈ, ਉਹ ਨਹੀਂ ਬਿਨਸਦਾ, ਫਿਰ ਉਹ ਸਦਾ ਹੀ ਹੈ। ਜੋ ਉਹਦੇ ਤੋਂ ਬਣਿਆ ਸੀ ਆਵਾ ਗਾਉਣ ਵਾਲਾ ਉਹ ਸਭ ਬਿਨਸ ਗਿਆ। ਭਰਮ ਕਰਕੇ ਵੱਖਰਾ ਵੱਖਰਾ ਦਿਸ, ਜਦੋਂ ਭਰਮ ਖਤਮ ਹੋਇਆ ਇੱਕ ਰਹਿ ਗਿਆ, ਫਿਰ ਉਸ ਇੱਕ ਨੂੰ ਵੇਖਣ ਤੋਂ ਬਾਅਦ
ਇਹ ਜਾਣੋ ਕਿ ਉਹ ਅਬਨਾਸੀ ਹੈ, ਫਿਰ ਉਹ ਨਹੀਂ ਵਿਨਸੇਗਾ, ਉਹ ਫਿਰ ਸਦਾ ਹੈ। ਉਹ ਜੁਗਾਂ ਜੁਗਾਂ ਤੋਂ ਹੈ, ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਫਿਰ ਤ੍ਰਈ ਕਾਲ ਹੈ, ਉਹ ਅਬਨਾਸੀ ਹੈ। ਉਹ ਅਬਨਾਸੀ ਸਦਾ ਸਦਾ ਨਾ ਆਵੇ ਨਾ ਜਾਏ, ਉਹ ਨਾ ਆਉਂਦਾ ਨਾ ਜਾਂਦਾ ਹੈ। ਉਹ ਅਬਨਾਸੀ ਹੈ, ਵਿਨਾਸ਼ ਤੋਂ ਰਹਿਤ ਹੈ। ਅਬਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਉਹ ਅਬਨਾਸੀ ਹੈ, ਉਸ ਦਾ ਕਦੇ ਵੀ ਵਿਨਾਸ਼ ਨਹੀਂ ਹੁੰਦਾ। ਜੋ ਉਸਨੇ ਬਣਾਇਆ ਉਹ ਵੀ ਉਹਨੇ ਆਪਣੇ ਚ ਸਮੇਟਣਾ। ਜੋ ਭਰਮ ਕਰਕੇ ਨਜ਼ਰ ਆ ਰਿਹਾ ਉਹ ਵਿਨਸੇਗਾ, ਜੋ ਭਰਮ ਤੋਂ ਬਾਅਦ ਦਿਸੇਗਾ, ਭਰਮ ਨਾਸ਼ ਹੋਣ ਤੋਂ ਬਾਅਦ ਦਿਸੇਗਾ, ਉਹ ਨਹੀਂ ਵਿਨਸੇਗਾ। ਭਰਮ ਕਰਕੇ ਰੱਸੀ ਸੱਪ ਦਿਸ ਰਹੀ ਹੈ, ਪਰ ਜਦੋਂ ਉੱਥੇ ਲਾਈਟ ਜਗਾ ਦੇਵੇ ਕੋਈ, ਭਰਮ ਚਲਾ ਗਿਆ, ਫਿਰ ਸੱਪ ਨਹੀਂ, ਫਿਰ ਰੱਸੀ ਦਿਸ ਰਹੀ ਹੈ। ਹੁਣ ਭਰਮ ਤੋਂ ਬਾਅਦ ਜੋ ਉੱਥੇ ਰੱਸੀ ਦਿਸ ਰਹੀ ਹੈ ਉਹੀ ਹੈ ਨਾ, ਫਿਰ ਉਹ ਸੱਤ ਤਾਂ ਉਹੀ ਹੈ। ਉਹਨੂੰ ਤਾਂ ਨਹੀਂ ਫਿਰ ਆਪਾਂ ਕਹਿ ਸਕਦੇ ਵੀ ਨਹੀਂ ਜੀ ਹੁਣੇ ਹੋਰ ਕੁਝ ਹੈ, ਉਹ ਰੱਸੀ ਦਿਸ ਗਈ। ਭਰਮ ਕਰਕੇ ਹੀ ਬ੍ਰਹਮ ਦੀ ਅਨੇਕਤਾ ਨਜ਼ਰ ਆਉਂਦੀ ਆ ਸਾਰੇ ਸੰਸਾਰ 'ਚ। ਜਿਸ ਦਿਨ ਗੁਰੂ ਸਾਹਿਬ ਜੀ ਵੱਲੋਂ ਦਿੱਤੇ ਹੋਏ ਗਿਆਨ ਦੁਆਰਾ ਭਰਮ ਦਾ ਨਾਸ਼ ਹੋ ਗਿਆ, ਫਿਰ ਕੇਵਲ ਇੱਕ ਪ੍ਰਮਾਤਮਾ ਹੀ ਦਿਸੇਗਾ ਜੋ ਅਬਨਾਸੀ ਹੈ, ਫਿਰ ਉਹਦਾ ਕਦੇ ਵਿਨਾਸ਼ ਨਹੀਂ ਹੋਵੇਗਾ। ਉਹ ਸਤ ਹੈ ਔਰ ਸदैवी ਹੈ। ਉਹ ਅਬਨਾਸੀ ਬਿਨਸਤ ਨਾਹੀ, ਉਹ ਅਬਨਾਸੀ ਹੈ, ਉਹ ਕਦੇ ਨਹੀਂ ਬਿਨਸਦਾ। ਉਹ ਜੁਗਾਂ ਜੁਗਾਂ ਤੋਂ ਅਬਨਾਸੀ ਹੈ, ਜੁਗਾਂ ਜੁਗਾਂ ਤੋਂ ਅਬਨਾਸੀ ਹੈ, ਤੇ ਜੁਗਾਂ ਜੁਗਾਂ ਤੱਕ ਸਭ ਉਹ ਅਬਨਾਸੀ ਹੀ ਰਹੇਗਾ। ਹਾਂਜੀ। ਨਾ ਕੋ ਆਵੇ ਨਾ ਕੋ ਜਾਹੇ। ਕਹਿੰਦੇ ਜਦੋਂ ਉਹਦਾ ਰੂਪ ਵੇਖਾਂਗੇ, ਉਹਦੇ ਰੂਪ ਵਿੱਚ ਨਾ ਕੋਈ ਆਉਂਦਾ ਦਿਸਦਾ ਨਾ ਕੋਈ ਜਾਂਦਾ ਦਿਸਦਾ। ਜਦੋਂ ਉਹੀ ਅਬਨਾਸੀ ਹੈ, ਫਿਰ ਨਾ ਉੱਥੇ ਕੋਈ ਆਉਂਦਾ ਤੇ ਨਾ ਕੋਈ ਜਾਂਦਾ। ਉਹਦਾ ਰੂਪ ਤਾਂ ਅਬਨਾਸੀ ਹੈ, ਉੱਥੇ ਨਾ ਕੋਈ ਆਉਂਦਾ ਨਾ ਕੋਈ ਜਾਂਦਾ ਹੈ। ਹਾਂਜੀ। ਗੁਰ ਪੂਰੈ ਹਉ ਮੈਂ ਮਲ ਧੋਏ। ਪੁੱਛਿਆ ਮਹਾਰਾਜ ਜੀ ਇਹ ਅਵਸਥਾ ਕਦੋਂ ਬਣਦੀ ਹੈ ਜਿਹੜੀ ਉੱਪਰ ਆਪ ਜੀ ਨੇ ਦੱਸੀ ਹੈ? ਇਹ ਅਵਸਥਾ ਬਣਦੀ ਕਦੋਂ ਹੈ? ਕਦੋਂ ਭਰਮ ਬਿਨਸਦਾ ਹੈ? ਤਾਂ ਪਾਤਸ਼ਾਹ ਦੱਸਦੇ ਨੇ, ਕਹਿੰਦੇ ਜਦੋਂ ਪੂਰੇ ਗੁਰੂ ਨੇ ਸਾਡੇ ਅੰਦਰੋਂ ਹਉਮੈ ਦੀ ਮੈਲ ਧੋ ਦਿੱਤੀ। ਹਉਮੈ ਹੀ ਸੀ ਜਿਹੜੀ ਨਹੀਂ ਸੀ ਵੇਖਣ ਦਿੰਦੀ, ਹਉਮੈ ਹੀ ਸੀ ਜਿਹਨੇ ਪਰਦਾ ਪਾਇਆ ਹੋਇਆ ਸੀ। ਹੁਣ ਸਤਿਗੁਰਾਂ ਨੇ, ਪੂਰੇ ਗੁਰੂ ਨੇ ਕਿਰਪਾ ਕਰਕੇ ਸਾਡੇ ਹਿਰਦੇ ਚੋਂ ਹਉਮੈ ਦੀ ਮੈਲ ਨੂੰ ਧੋ ਦਿੱਤਾ ਹੈ। ਗੁਰ ਪੂਰਾ ਹਉਮੈ ਮਲ ਧੋਈ, ਪੂਰੇ ਗੁਰੂ ਨੇ ਹਉਮੈ ਦੀ ਮੈਲ ਧੋ ਦਿੱਤੀ। ਗੁਰ ਪੂਰਾ ਕਿਰਪਾ ਧਾਰੀ, ਗੁਰ ਪੂਰਾ ਕਿਰਪਾ ਧਾਰੀ। ਗੁਰ ਪੂਰੈ ਕਿਰਪਾ ਧਾਰੇ, ਗੁਰ ਪੂਰੈ ਕਿਰਪਾ ਧਾਰੇ। ਗੁਰ ਪੂਰਾ ਕਿਰਪਾ ਧਾਰੀ, ਗੁਰ ਪੂਰਾ ਕਿਰਪਾ ਧਾਰੀ। ਪੂਰੈ ਕਿਰਪਾ ਧਾਰੇ, ਗੁਰ ਪੂਰੈ ਕਿਰਪਾ ਧਾਰੇ। ਪ੍ਰਭ ਪੂਰੀ ਲੋਚ ਹਮਾਰੀ, ਪ੍ਰਭ ਪੂਰੀ ਲੋਚ ਹਮਾਰੀ। ਪ੍ਰਭ ਪੂਰੀ ਲੋਚ ਹਮਾਰੇ, ਪ੍ਰਭ ਪੂਰੀ ਲੋਚ ਹਮਾਰੇ। ਪ੍ਰਭ ਪੂਰੀ ਲੋਚ ਹਮਾਰੀ, ਪ੍ਰਭ ਪੂਰੀ ਲੋਚ ਹਮਾਰੀ। ਪ੍ਰਭ ਪੂਰੀ ਲੋਚ ਹਮਾਰੇ, ਪ੍ਰਭ ਪੂਰੀ ਲੋਚ ਹਮਾਰੇ। ਪੂਰੇ ਗੁਰੂ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਹੈ। ਮੇਰੇ ਮਨ ਦੀਆਂ ਇੱਛਾਵਾਂ ਪੂਰਨ ਹੋ ਗਈਆਂ। ਸਾਡੇ ਹਿਰਦੇ ਚੋਂ ਹਉਮੈ ਦੀ ਮੈਲ, ਹੰਕਾਰ ਦੀ ਮੈਲ ਕਿ ਮੇਰੇ ਜਿਹਾ ਤਾਂ ਕੋਈ ਨਹੀਂ, ਮੈਂ ਹੀ ਮੈਂ, ਉਹ ਖਤਮ ਕਰ ਦਿੱਤੀ ਹੈ।
ਜਿਸ ਦਿਨ ਉਹ ਹਉਮੈ ਖਤਮ ਹੋਈ ਤੇ ਪਤਾ ਲੱਗਾ ਵੀ ਮੈਂ ਤਾਂ ਹਾਂ ਹੀ ਨਹੀਂ, ਕੁਝ ਵੀ ਨਹੀਂ। ਜਿਸ ਤੇ ਮੈਂ ਲਾਈ ਹੋਈ ਸੀ ਵੀ ਮੈਂ ਇਹ ਸਰੀਰ ਹਾਂ, ਮੈਂ ਇੰਦਰੀਆਂ ਹਾਂ, ਮੈਂ ਪ੍ਰਾਣ ਹਾਂ, ਮੈਂ ਅੰਨਮय ਕੋਸ਼ ਹਾਂ, ਮੈਂ ਪ੍ਰਾਣਮय ਕੋਸ਼ ਹਾਂ, ਆਨੰਦਮय ਕੋਸ਼ ਹਾਂ, ਵਿਗਿਆਨਮय ਕੋਸ਼ ਹਾਂ, ਪਤਾ ਲੱਗਾ ਵੀ ਮੈਂ ਤਾਂ ਹਾਂ ਹੀ ਨਹੀਂ। ਇਹ ਹਉਮੈ ਦੀ ਮੈਲ ਮੇਰੇ ਪੂਰੇ ਗੁਰੂ ਨੇ ਮੇਰੇ ਹਿਰਦੇ ਚੋਂ ਧੋ ਦਿੱਤੀ ਹੈ। ਕਹੋ ਨਾਨਕ ਮੇਰੇ ਪਰਮ ਗਤ ਹੋਏ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਮੇਰੀ ਪਰਮ ਗਤੀ ਹੋ ਗਈ ਹੈ। ਪਰਮ ਗਤੀ ਸ੍ਰੇਸ਼ਟ ਗਤ। ਪਰਮ ਗਤੀ ਤਾਂ ਇਹੀ ਹੈ ਵੀ ਬ੍ਰਹਮ ਰੂਪ ਹੋ ਗਏ। ਹੁਣ ਬ੍ਰਹਮ ਰੂਪ ਹੋ ਕੇ ਪਰਮ ਗਤੀ ਨੂੰ ਹਾਸਲ ਹੋ ਗਏ। ਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਵਿੱਤਰ ਵਿਚਾਰ ਸਾਡੇ ਹਿਰਦਿਆਂ 'ਚ ਵਸ ਜਾਵੇ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ ਕਿ ਜੋ ਸ੍ਰੀ ਨਿਤਨੇਮ ਦੇ ਪਾਠ ਬੋਧ ਸਮਾਗਮ ਚੱਲ ਰਹੇ ਨੇ 10 ਤੋਂ 12 ਵਜੇ ਤੱਕ, 10 ਫਰਵਰੀ ਤੱਕ ਚੱਲਣੇ ਨੇ। ਅੱਜ 5ਵੇਂ ਦਿਨ ਦਾ ਸਮਾਗਮ ਹੈ, ਜਿਸ ਵਿੱਚ ਉਚੇਚੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤਕਰੀਬਨ 10 ਵਜੇ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹਾਜ਼ਰੀਆਂ ਭਰ ਰਹੇ ਨੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਸਿੰਘ ਸਾਹਿਬ ਜੀ ਦੇ ਬਚਨ ਸਰਵਣ ਕਰੋ ਔਰ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਨਿਤਨੇਮ ਦੀ ਸੁਧਾਈ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। 10 ਫਰਵਰੀ ਨੂੰ ਇਹਨਾਂ ਸਮਾਗਮਾਂ ਦੀ ਸਮਾਪਤੀ ਹੈ। ਉਸ ਦਿਨ 9ਵੇਂ ਮਹੱਲੇ ਦੇ ਜੋ ਪਾਵਨ ਪਵਿੱਤਰ ਸ਼ਲੋਕ ਹਨ ਉਹਨਾਂ ਦੀ ਸੰਥਿਆ ਹੋਵੇਗੀ। ਆਪ ਜੀ ਜਿਹੜੇ ਇਹਨਾਂ 10 ਦਿਨਾਂ ਦੇ ਸਮਾਗਮਾਂ ਵਿੱਚ ਹਾਜ਼ਰ ਨਹੀਂ ਹੋ ਸਕੇ, ਉਹ 10 ਤਰੀਕ ਨੂੰ 9ਵੇਂ ਮਹੱਲੇ ਦੇ ਜੋ ਪਾਵਨ ਸ਼ਲੋਕ ਨੇ ਉਹਨਾਂ ਦੀ ਹਾਜ਼ਰੀ ਭਰੋ। 400 ਸਾਲਾ ਮਹਾਰਾਜ 9ਵੇਂ ਪਾਤਸ਼ਾਹ ਦਾ ਹੈ ਤੇ 9ਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ। 9:30 ਤੋਂ 10:30 ਵਜੇ ਤੱਕ 10 ਫਰਵਰੀ ਨੂੰ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਗੁਰਕੀਰਤ ਸਿੰਘ ਜੀ ਕੀਰਤਨ ਦੀ ਹਾਜ਼ਰੀ ਭਰਨਗੇ। ਉਪਰੰਤ 9ਵੇਂ ਮਹੱਲੇ ਦੇ ਪਾਵਨ ਸ਼ਲੋਕਾਂ ਦੇ ਜਾਪ ਹੋਣਗੇ, ਦੀਵਾਨ ਸਜਣਗੇ। ਜਥੇਦਾਰ ਸਾਹਿਬਾਨ ਤਖਤਾਂ ਦੇ ਹੋਰ ਬਹੁਤ ਸਾਰੇ ਮਹਾਂਪੁਰਸ਼ ਮਹਾਤਮਾ ਹਾਜ਼ਰੀਆਂ ਭਰਨਗੇ। ਆਪ ਜੀ ਨੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਨਾ। ਅੱਜ ਨਾਨਕਸਰ ਕੁਟੀਆ ਤ੍ਰਿਪੜੀ ਵਿਖੇ ਵੀ ਸਮਾਪਤੀ ਦਾ ਦੀਵਾਨ ਹੈ। ਤਕਰੀਬਨ ਹੁਣ 9 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਦੀਵਾਨ ਸਜਣੇ ਨੇ। ਬਹੁਤ ਸਾਰੇ ਮਹਾਂਪੁਰਸ਼ ਮਹਾਤਮਾ ਜਥੇਦਾਰ ਸਾਹਿਬਾਨ ਅੱਜ ਦੇ ਉਹਨਾਂ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਨੇ। ਆਪ ਜੀ ਨੇ ਅੱਜ ਉੱਥੇ ਵੀ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।